ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਪੰਜਾਬ ਕਾਂਗਰਸ ਦੇ ਵਿੱਚ ਪੈਦਾ ਹੋਏ ਕਾਟੋ ਕਲੇਸ਼ ਦੇ ਵੱਲ। ਜੀ ਹਾਂ, ਇਹ ਕਾਟੋ ਕਲੇਸ਼ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਦੇ ਵਿੱਚ ਲਗਾਤਾਰ ਵੱਡੀਆਂ ਬੈਠਕਾਂ ਦਾ ਦੌਰ ਚੱਲ ਰਿਹਾ ਹੈ। ਬੀਤੇ ਦਿਨਾਂ ਵੀ ਪ੍ਰਗਟ ਸਿੰਘ ਦੇ ਘਰ ਦੇ ਵਿੱਚ ਇੱਕ ਬੈਠਕ ਹੋਈ ਹੈ, ਜਿਸ ਬੈਠਕ ਦੇ ਵਿੱਚ ਚਰਨਜੀਤ ਚੰਨੀ ਵੀ ਮੌਜੂਦ ਰਹੇ ਨੇ। ਕਈ ਵੱਡੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ। ਚਰਚਾਵਾਂ ਇਹ ਵੀ ਨੇ ਕਿ ਕੈਪਟਨ ਖੇਮੇ ਦੇ ਵਿੱਚੋਂ ਹੋਰ ਵਿਧਾਇਕ ਅਤੇ ਮੰਤਰੀ ਵੀ ਹੁਣ ਇਸ ਖੇਮੇ ਦੇ ਵਿੱਚ ਜੁੜਨ ਨੂੰ ਹਾਜ਼ਰ ਹੋ ਚੁੱਕੇ ਨੇ। ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੱਡਾ ਕਦਮ ਚੁੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਤੇ ਦਿਨਾਂ ਮੀਟਿੰਗ ਸੱਦ ਲਈ ਗਈ ਹੈ। ਬੈਠਕ 26 ਅਤੇ 27 ਮਈ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਦੇ ਵਿੱਚ ਵਰਚੁਅਲ ਤਰੀਕੇ ਦੇ ਨਾਲ ਸਾਰੇ ਵਿਧਾਇਕ ਹਾਜ਼ਰ ਹੋਣਗੇ। ਵਿਧਾਇਕ ਦਲ ਦੀ ਇਹ ਬੈਠਕ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਦੀ ਗਈ ਹੈ। ਇਸ ਬੈਠਕ ਦੇ ਵਿੱਚ ਸਾਰੇ ਵਿਧਾਇਕਾਂ ਨੂੰ ਸੱਦਾ ਇਹ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇਸ ਵਰਚੁਅਲ ਮੀਟਿੰਗ ਦੇ ਵਿੱਚ ਪ੍ਰਗਟ ਸਿੰਘ, ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਧੀਮਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਸਮੇਤ ਹੋਰ ਕਿਹੜੇ ਵਿਧਾਇਕ ਹਾਜ਼ਰ ਨਹੀਂ ਹੁੰਦੇ, ਕਿਉਂਕਿ ਲਗਾਤਾਰ ਇਹ ਚਰਚਾਵਾਂ ਨੇ ਕਿ ਬਾਗੀ ਧੜਾ ਜੋ ਕੈਪਟਨ ਅਮਰਿੰਦਰ ਸਿੰਘ ਤੋਂ ਵੱਖਰਾ ਧੜਾ ਹੈ ਉਹ ਮਜ਼ਬੂਤ ਹੁੰਦਾ ਜਾ ਰਿਹਾ ਹੈ। ਕਈ ਵਿਧਾਇਕ ਅਜਿਹੇ ਨੇ, ਕਈ ਮੰਤਰੀ ਅਜਿਹੇ ਨੇ ਜੋ ਹੁਣ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਵੱਖ ਹੋਏ ਧੜੇ ਦੇ ਵਿੱਚ ਜੁੜਦੇ ਜਾ ਰਹੇ ਨੇ। ਇਸ ਕਰਕੇ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ ਤੇ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਕਾਰਵਾਈ ਦੇ ਦਰਮਿਆਨ ਹੁਣੇ ਬੈਠਕ ਸੱਦੀ ਹੈ। ਉਧਰ ਪ੍ਰਗਟ ਸਿੰਘ ਨੇ ਬੀਤੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਨੇ। ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਪਹਿਲਾਂ ਵੀ ਇਸ ਗੱਲ ਦੀ ਸਲਾਹ ਦਿੱਤੀ ਹੈ ਕਿ ਸਰਵੇ ਕਰਾਓ, ਪੰਜਾਬ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਸ ਦੀ ਅਗਵਾਈ ਦੇ ਵਿੱਚ ਚੋਣਾਂ 2022 ਦੀਆਂ ਜਿੱਤੀਆਂ ਜਾ ਸਕਦੀਆਂ ਕਿ ਕੁਝ ਪ੍ਰਗਟ ਸਿੰਘ ਨੇ ਇਸ ਮੀਟਿੰਗ ਤੋਂ ਬਾਅਦ ਕਿਹਾ ਹੈ, ਉਹ ਸੁਣਾਉਂਦੇ ਹਾਂ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ, ਮੈਂ ਤਾਂ ਦੇਖੋ ਉੱਥੇ ਵੀ ਇੱਕੋ ਗੱਲ ਕਹੀ ਸੀ ਵੀ ਆਪਣਾ ਸਰਵੇ ਇਹ ਆਪ ਕਰਾ ਲੈਣ। ਜੇ ਸਰਵੇ ਕਰਾ ਲੈਣਗੇ ਤਾਂ ਪਤਾ ਲੱਗ ਜਾਊਗਾ। ਗੱਲ ਤਾਂ ਇੰਨੀ ਹੈਗੀ। ਤੁਸੀਂ ਵੀ ਨਹੀਂ ਚਾਹੁੰਦੇ, ਤੁਸੀਂ ਵੀ ਨਹੀਂ ਚਾਹੁੰਦੇ, ਆਪਕੋ ਲੱਗਦਾ ਹੈ ਕਿ ਉਹਨਾਂ ਨੇ ਸਵਾਲ ਚੱਕਿਆ ਇਹਨਾਂ ਦੇ ਨੇਤਰ ਦੇ ਉੱਤੇ ਕਿ ਨਾ ਵੀ ਇਹਨਾਂ ਦੀ ਅਗਵਾਈ ਕੈਪਟਨ ਦੇ ਉੱਤੇ ਸਵਾਲ। ਦੇਖੋ ਮੈਂ ਕਹਿੰਦਾ ਧਮਾਨ ਜੀ ਨੇ ਜੋ ਕੀਤਾ ਬਹੁਤ ਠੀਕ ਕੀਤਾ। ਬਾਕੀ ਐਮਐਲਏਆਂ ਨੂੰ ਵੀ ਕਹਿਣਾ ਚਾਹੀਦਾ। ਸਰਕਾਰ ਗਿਰਾਉਣ ਵਾਲੀ ਗੱਲ ਨਾ ਕਿੰਨਾ ਦੇਖੋ ਇੱਕ ਗੱਲ ਆਪਾਂ ਸਮਝ ਲਈਏ, ਜਿਹੜੀ ਡੈਮੋਕ੍ਰੇਸੀ ਆ ਨਾ, ਉਹ ਬੇਸਿਕਲੀ ਜੇ ਆਪਣੀਆਂ ਫੀਲਿੰਗ ਐਕਸਪ੍ਰੈਸ ਨਹੀਂ ਕਰ ਸਕਦੇ, ਮੈਨੂੰ ਲੱਗਦਾ ਇੰਨੇ ਕਮਜ਼ੋਰ ਲੀਡਰ ਵੀ ਨਹੀਂ ਹੋਣੇ ਚਾਹੀਦੇ। ਜੇ ਇੰਨੇ ਕਮਜ਼ੋਰ ਹੋਵਾਂਗੇ, ਦੇਖੋ ਅਸੀਂ ਸਮੇਂ ਤੇ ਜੇ ਅਸੀਂ ਆਗਾਹ ਨਹੀਂ ਕਰਦੇ ਤਾਂ ਫਿਰ ਕਿਤੇ ਨਾ ਕਿਤੇ ਡੈਮੋਕ੍ਰੇਸੀ ਨੂੰ ਢਾਹ ਲੱਗਦੀ ਆ। ਔਰ ਜਿਹੜੀ ਪਾਵਰ ਕਿਤੇ ਸੈਂਟਰ ਦੇ ਵਿੱਚ ਬੈਠੀ ਹੁੰਦੀ ਆ, ਉਹਨਾਂ ਨੂੰ ਫਿਰ ਐਂ ਲੱਗਣ ਲੱਗ ਪੈਂਦਾ ਵੀ ਸ਼ਾਇਦ ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ। ਪ੍ਰਗਟ ਜੀ, ਤੁਸੀਂ ਕਿਸ ਦੀ ਅਗਵਾਈ ਦੇ ਵਿੱਚ 2022 ਦੀਆਂ ਚੋਣਾਂ ਕੌਣ ਲੜਦੇ? ਦੇਖੋ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ। ਬਹੁਤ ਸੀਨੀਅਰ ਬੰਦੇ ਹੈਗੇ ਆ। हाई कमांड ने प्रगट ਤੁਹਾਡਾ ਸੰਪਰਕ ਕੀਤਾ, ਗੱਲਬਾਤ ਹੋਈ? आपको लगता है कि यदि चुनाव जो है कैप्टन की अगुवाई में लड़ा जाएगा तो नुकसान होगा कांग्रेस को? ਔਰ ਕੀ ਹੋਗਾ? ਤੇ ਉਧਰ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲ। ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸਰਗਰਮ ਨੇ। ਨਵਜੋਤ ਸਿੰਘ ਸਿੱਧੂ ਦਾ ਟਵੀਟ ਬੀਤੇ ਦਿਨੇ ਆਇਆ ਹੈ। ਇਹ ਟਵੀਟ ਸਿਆਸੀ ਤੌਰ ਤੇ ਉੱਤੇ ਤਾਂ ਕੁਝ ਇਸ ਟਵੀਟ ਦੇ ਵਿੱਚ ਨਹੀਂ ਸੀ, ਪਰ ਕਿਸਾਨ ਅੰਦੋਲਨ ਨੂੰ ਵੱਡਾ ਸਮਰਥਨ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਅੱਜ ਆਪਣੇ ਦੋਹਾਂ ਘਰਾਂ ਦੇ ਉੱਤੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਕਾਲੇ ਝੰਡੇ ਲਹਿਰਾਉਣਗੇ। ਇਹਨਾਂ ਝੰਡਿਆਂ ਨੂੰ ਲਹਿਰਾਉਣ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਸੀ ਕਿ 26 ਮਈ ਨੂੰ ਕਾਲਾ ਦਿਹਾੜਾ ਮਨਾਇਆ ਜਾਣਾ। ਹਰ ਕੋਈ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਵੇ। ਇਸ ਨੂੰ ਸਮਰਥਨ ਸਾਫ਼ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਦੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੂੰ ਤੁਸੀਂ ਆਪਣੀ ਟੈਲੀਵਿਜ਼ਨ ਸਕਰੀਨ ਦੇ ਉੱਤੇ ਵੇਖ ਰਹੇ ਹੋ। ਇਹ ਟਵੀਟ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਕੱਲ ਮੈਂ 9:30 ਵਜੇ ਆਪਣੇ ਲੁਧਿਆਣਾ ਅਤੇ ਪਟਿਆਲਾ ਸਥਿਤ ਘਰਾਂ ਦੇ ਉੱਤੇ ਕਾਲਾ ਝੰਡਾ ਫਹਿਰਾਵਾਂਗਾ। ਸੋ ਇਸ ਤੋਂ ਇਹ ਸਾਫ਼ ਹੈ ਕਿ ਕਿਸਾਨ ਅੰਦੋਲਨ ਨੂੰ ਖੁੱਲ੍ਹ ਕੇ ਸਮਰਥਨ ਦੇ ਰਹੇ ਨੇ ਨਵਜੋਤ ਸਿੰਘ ਸਿੱਧੂ। ਇਸ ਦੇ ਉੱਤੇ ਪੂਰੀ ਜਾਣਕਾਰੀ ਦੇ ਲਈ ਚੱਲਦੇ ਹਾਂ ਸੁਰਿੰਦਰ ਡੱਲਾ ਹੁਣਾਂ ਦੇ ਵੱਲ। ਡੱਲਾ ਸਾਹਿਬ, ਕੀ ਵੇਖ ਰਹੇ ਹੋ ਇਸ ਟਵੀਟ ਦੇ ਵਿੱਚ? ਹੁਣ ਜਿਸ ਤਰ੍ਹਾਂ ਇਹ ਟਵੀਟ ਆਇਆ, ਇਸ ਟਵੀਟ ਨੂੰ ਵੱਖਰੇ ਤਰੀਕਿਆਂ ਦੇ ਨਾਲ ਵੇਖਿਆ ਜਾਣਾ ਹੈ, ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ ਗਗਨ, ਮੈਂ ਬਿਲਕੁਲ ਨਵਜੋਤ ਸਿੰਘ ਸਿੱਧੂ ਦਾ ਟਵੀਟ ਮੈਂ ਵੀ ਪੜ੍ਹ ਕੇ ਹਟਿਆ। ਸਿੱਧੂ ਨੇ ਸਪਸ਼ਟ ਕਹਿਤਾ ਕਿ ਅੰਮ੍ਰਿਤਸਰ ਵਾਲੇ ਘਰ ਵੀ ਔਰ ਪਟਿਆਲੇ ਵਾਲੇ ਘਰ 'ਚ ਵੀ ਮੈਂ ਝੰਡਾ ਲਹਿਰਾਉਂ, ਕਾਲਾ ਝੰਡਾ। ਕਿਸਾਨਾਂ ਦਾ ਸੱਦਾ, ਆਮ ਤੌਰ ਤੇ ਕਿਸਾਨੀ ਦਾ ਝੰਡਾ ਹਰਾ ਹੁੰਦਾ, ਉਹ ਆਪਾਂ ਸਾਰੇ ਲਹਿਰਾਉਂਦੇ ਹਾਂ ਸਮੇਂ ਤੇ। ਔਰ ਮੁਲਕ ਵੀ ਸਾਡਾ ਜਿਹੜਾ ਹੈ, ਜੇ ਸੈਟਲਾਈਟ ਦੀਆਂ ਤਸਵੀਰਾਂ ਦੇਖੀਏ ਉੱਪਰੋਂ, ਕਹਿੰਦੇ ਜਿਹੜੇ ਸੈਟਲਾਈਟ ਚੰਦਰਮਾ ਵੱਲ ਨੂੰ ਜਾਂਦੇ ਆ ਤੇ ਉਹਦੇ 'ਚ ਹਰਿਆਵਲ ਧਰਤੀ ਪੰਜਾਬ ਦੀ ਬਹੁਤ ਵੱਡੀ ਆਉਂਦੀ ਹੈ, ਭਾਰਤ ਦੀ, ਪੂਰੇ ਭਾਰਤ ਦੀ। ਔਰ ਹੁਣ ਜਿਹੜਾ 26 ਨੂੰ ਉਹਨਾਂ ਨੇ ਸੱਦਾ ਮਾਰਿਆ ਕਿਸਾਨਾਂ ਨੇ ਕਿ ਪੂਰੇ ਮੁਲਕ ਦੇ ਵਿੱਚ ਕਾਲੇ ਝੰਡੇ ਲਾ ਕੇ ਰੋਸ ਵਿਖਾਓ। ਦੇਖੋ 70-80% ਆਬਾਦੀ ਭਾਰਤ ਦੀ ਖੇਤੀਬਾੜੀ ਤੇ ਹੈ। ਜੇ ਸਾਰਿਆਂ ਨੇ ਕਿਤੇ ਕਾਲੇ ਝੰਡੇ ਲਾ ਲਏ ਤੇ ਜਿਹੜਾ ਚੰਦਰਮਾ ਜਾਂ ਅਸਮਾਨ ਤੋਂ ਜਾਂ ਸੈਟਲਾਈਟ ਦੇ ਜ਼ਰੀਏ ਜਿਹੜੀਆਂ ਤਸਵੀਰਾਂ ਆਉਣਗੀਆਂ ਉਹ ਹਰੇ ਦੇ ਨਾਲ ਕਾਲੀਆਂ ਹੋ ਜਾਣਗੀਆਂ। ਸੋ ਮਤਲਬ
ਕਿ ਬਹੁਤ ਵੱਡਾ ਸੁਨੇਹਾ ਜਾਊਗਾ ਅਗਰ ਪੂਰੇ ਮੁਲਕ 'ਚ 70-80% ਆਬਾਦੀ ਨੇ ਇਸ ਤਰੀਕੇ ਨਾਲ ਆਪਣਾ ਰੋਸ ਦਿਖਾਤਾ ਇਹਨਾਂ ਕਾਨੂੰਨਾਂ ਦੇ ਖਿਲਾਫ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅੱਜ ਸ਼ਾਮ ਤੱਕ ਦਾ ਵਕਤ ਹੈ, ਅੱਜ 25 ਤਰੀਕ ਹੈ, ਅੱਜ ਸ਼ਾਮ ਤੱਕ ਵੀ ਜੇ ਭਾਰਤ ਦੀ ਸਰਕਾਰ ਇਹ ਕਹਿ ਦੇਵੇ ਕਿ ਅਸੀਂ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਨਿਬੇੜਾਂਗੇ ਔਰ ਕਿਸਾਨ ਇਸ ਆਪਣੇ ਰੋਸ ਦਿਵਸ ਨੂੰ ਨਾ ਮਨਾਉਣ, ਤੇ ਮੈਨੂੰ ਲੱਗਦਾ ਉਹਦੇ ਨਾਲ ਮੁਲਕ ਦਾ ਵੀ ਭਲਾ ਹੈ, ਕਿਸਾਨੀ ਦਾ ਵੀ ਭਲਾ ਹੈ, ਸਰਕਾਰ ਦਾ ਵੀ ਭਲਾ ਹੈ, ਕਿਉਂਕਿ ਸਾਰੀ ਤਾਕਤ ਹੈ ਜਿਹੜੀ ਉਹ ਚੰਗੇ ਪਾਸੇ ਜਾਣੀ ਚਾਹੀਦੀ ਹੈ, ਨਾ ਕਿ ਧਰਨਿਆਂ ਦੇ ਵਿੱਚ ਤਾਕਤ ਖਰਾਬ ਹੋਣੀ ਚਾਹੀਦੀ ਹੈ। ਸਰਕਾਰ ਦੀ ਤਾਕਤ ਕੋਵਿਡ ਨੂੰ ਨਜਿੱਠਣ 'ਚ ਲੱਗਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਪਾਸੇ ਲੱਗਣੀ ਚਾਹੀਦੀ ਹੈ। ਬਾਕੀ ਦੇਖਦੇ ਹਾਂ ਕਾਲੇ ਦਿਵਸ ਨੂੰ ਲੈ ਕੇ ਕਿਸਾਨ ਸੰਗਠਿਤ ਨੇ, ਕਾਫੀ ਕਿਸਾਨਾਂ ਦੇ ਵਿੱਚ ਆਪਸ 'ਚ ਲੈ ਕੇ ਸਹਿਮਤੀ ਬਣ ਰਹੀ ਹੈ ਔਰ ਬਹੁਤ ਵੱਡੀ ਗਿਣਤੀ 'ਚ ਆਮ ਲੋਕ ਸਮਰਥਨ ਕਰ ਰਹੇ ਨੇ। ਸਿੱਧੂ ਨੇ ਵੀ ਟਵੀਟ ਕਰਤਾ, ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਲੀਡਰ ਨੇ ਜਿਹੜੇ ਉਹ ਵੀ ਸਮਰਥਨ ਕਰ ਚੁੱਕੇ ਨੇ। ਸੋ ਸਿੱਧੂ ਦੇ ਟਵੀਟ ਤੋਂ ਬਾਅਦ ਜਿਹੜਾ ਕਾਲਾ ਦਿਵਸ ਹੈ ਹੋਰ ਸੁਰਖੀਆਂ ਦੇ ਵਿੱਚ ਆ ਗਿਆ। ਮੈਨੂੰ ਲੱਗਦਾ ਹੈ ਅੱਜ ਸ਼ਾਮ ਤੱਕ ਕਿਸੇ ਨਾ ਕਿਸੇ ਕੌਮੀ ਚੈਨਲ ਨੇ ਵੀ ਸਿੱਧੂ ਦੇ ਇਸ ਟਵੀਟ ਨੂੰ ਕਿਸੇ ਨਵੇਂ ਤੜਕੇ ਦੇ ਨਾਲ ਪੇਸ਼ ਕਰਨਾ ਸ਼ੁਰੂ ਕਰ ਦੇਣਾ, ਕਿਉਂਕਿ ਅਕਸਰ ਕਈ ਸਾਡੇ ਕੌਮੀ ਚੈਨਲ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਨੂੰ ਆਪਣੇ ਨਜ਼ਰੀਏ ਦੇ ਹਿਸਾਬ ਦੇ ਨਾਲ ਵਰਤਦੇ ਨੇ। ਬਾਕੀ ਦੇਖਦੇ ਹਾਂ, ਆਸ ਇਹ ਕਰਾਂਗੇ ਕਿ ਕਿਸਾਨਾਂ ਦਾ ਇਹ ਕਾਲਾ ਦਿਵਸ ਵੀ ਸ਼ਾਂਤੀਪੂਰਵਕ ਰਵੇ, ਕਾਮਯਾਬ ਰਵੇ ਔਰ ਭਾਰਤ ਦੀ ਸਰਕਾਰ ਦੇ ਨਾਲ ਉਹਨਾਂ ਦਾ ਰੇੜਕਾ ਮੁੱਕੇ। ਜੀ ਡੱਲਾ ਸਾਹਿਬ ਬਣੇ ਰਹੋ ਨਾਲ ਹੀ, ਤੇ ਅਗਲੀ ਖਬਰ ਦੇ ਵੱਲ ਵਧਾਂਗੇ ਤੇ ਇਹ ਖਬਰ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ। ਕਿਸਾਨ ਅੰਦੋਲਨ ਨੂੰ ਇੱਕ ਵੱਖਰੀ ਜਿੱਤ ਮਿਲੀ ਹੈ। ਜਿੱਤ ਮਿਲੀ ਹੈ ਹਰਿਆਣਾ ਦੇ ਹਿਸਾਰ ਇਲਾਕੇ ਦੇ ਵਿੱਚੋਂ, ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਬੀਤੇ ਦਿਨਾਂ ਮਨੋਹਰ ਲਾਲ ਖੱਟੜ ਦੇ ਹਿਸਾਰ ਫੇਰੀ ਦੇ ਦਰਮਿਆਨ। ਉਸ ਪ੍ਰਦਰਸ਼ਨ ਦੇ ਵਿੱਚ ਲਾਠੀ ਚਾਰਜ ਵੀ ਹੋਇਆ, ਅਥਰੂ ਗੈਸ ਦਾ ਵੀ ਵਰਤੋਂ ਕੀਤੀ ਗਈ ਹੈ ਤੇ ਪਾਣੀ ਦੀਆਂ ਵਿਛਾੜਾਂ ਦੀ ਵੀ ਵਰਤੋਂ ਹੋਈ। ਇਸ ਤੋਂ ਬਾਅਦ ਕਿਸਾਨ ਕਈ ਫੱਟੜ ਹੋਏ, ਕਈ ਕਿਸਾਨ ਇਸ ਦਰਮਿਆਨ ਵੱਡੇ ਪੱਧਰ ਦੇ ਉੱਤੇ ਜ਼ਖਮੀ ਹੋਏ। ਇਹਨਾਂ ਕਿਸਾਨਾਂ ਦੇ ਵਿੱਚੋਂ 300 ਦੇ ਕਰੀਬ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਸੀ। ਇਹਨਾਂ ਮਾਮਲਿਆਂ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਵੱਡੇ ਦਫ਼ਤਰ ਸਰਕਾਰੀ ਉਹ ਘੇਰ ਲਏ, ਜਿਸ ਤੋਂ ਬਾਅਦ ਆਖਰਕਾਰ ਕਿਸਾਨ ਆਗੂਆਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਇਸ ਪਰਚੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਹਰਿਆਣਾ ਸਰਕਾਰ ਦੇ ਵੱਲੋਂ। ਇਹਨਾਂ ਪਰਚੀਆਂ ਦੇ ਰੱਦ ਹੋਣ ਤੋਂ ਬਾਅਦ ਕਿੱਦਾਂ ਦਾ ਮਹਿਸੂਸ ਕਿਸਾਨ ਕਰ ਰਹੇ ਨੇ ਤੇ ਪੂਰਾ ਘਟਨਾਕ੍ਰਮ ਕੀ ਸੀ, ਇਹ ਜਾਣਦੇ ਹਾਂ ਸੁਰਿੰਦਰ ਡੱਲਾ ਹੋਣਾ ਦੇ ਕੋਲ। ਡੱਲਾ ਸਾਹਿਬ, ਇਸ ਖਬਰ ਦੇ ਉੱਤੇ ਵੀ ਤੁਹਾਡੀ ਟਿੱਪਣੀ ਚਾਹਾਂਗੇ। ਦੇਖੋ, ਇਹ ਬਹੁਤ ਵੱਡੀ ਖਬਰ ਹੈ ਜਿਹੜੀ ਹਿਸਾਰ ਤੋਂ ਹੈ ਕਿ ਕੁਝ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇੱਕ ਹਸਪਤਾਲ 'ਚ ਗਏ ਸੀ ਉਦਘਾਟਨ ਲਈ। ਕਿਸਾਨ ਉੱਥੇ ਪਹੁੰਚ ਗਏ, ਕਿਸਾਨਾਂ ਨੇ ਉੱਥੇ ਵਿਰੋਧ ਕੀਤਾ, ਲਾਠੀ ਚਾਰਜ ਹੋਇਆ ਬਹੁਤ ਵੱਡੀ ਗਿਣਤੀ 'ਚ। ਕਹਿੰਦੇ ਸ਼ਾਇਦ 300 ਦੇ ਕਰੀਬ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਫਿਰ ਉੱਥੇ ਕੇਸ ਦਰਜ ਕਰ ਦਿੱਤਾ ਗਿਆ ਹਿਸਾਰ ਦੀ ਪੁਲਿਸ ਵੱਲੋਂ। ਔਰ ਕਿਸਾਨ ਲਗਾਤਾਰ ਕਹਿ ਰਹੇ ਸਨ ਕਿ ਇਹ ਗਲਤ ਹੈ ਤੇ ਸਰਕਾਰ ਇਹ ਕੇਸਾਂ ਨੂੰ ਰੱਦ ਕਰੇ, ਪਰ ਗੱਲ ਨਹੀਂ ਸੀ ਬਣ ਰਹੀ। ਹੁਣ ਲਗਾਤਾਰ 1-2 ਦਿਨਾਂ ਤੋਂ ਕਿਸਾਨ ਨੇ ਜਿਹੜੇ ਉਹਨਾਂ ਨੇ ਆਪਣੇ ਅੰਦੋਲਨ ਨੂੰ ਗਤੀ ਦਿੱਤੀ ਔਰ ਕੱਲ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਦਾ ਘਿਰਾਓ ਕਰ ਲਿਆ ਕਿਸਾਨਾਂ ਨੇ। ਔਰ ਜਿਸ ਤੋਂ ਬਾਅਦ ਹਰਿਆਣਾ ਦੀ ਸਰਕਾਰ ਨੂੰ ਇਹ ਮੰਨਣਾ ਪਿਆ ਕਿ ਅਸੀਂ ਇਹ ਜਿਹੜਾ ਕੇਸ ਹੈ ਇਹ ਰੱਦ ਕਰਾਂਗੇ। ਔਰ ਉੱਥੋਂ ਦੇ ਇੱਕ ਅਫਸਰ ਨੇ ਦੱਸਿਆ ਕਿ ਇੱਕ ਬੈਠਕ ਤੋਂ ਬਾਅਦ ਅਸੀਂ ਇਹ ਕੇਸ ਹੈ ਜਿਹੜੇ ਵਾਪਸ ਲੈਣ ਦਾ ਜਿਹੜਾ ਫੈਸਲਾ ਹੈ ਉਹ ਅਸੀਂ ਕੀਤਾ। ਸੋ ਮੀਟਿੰਗ ਹੋਈ ਸੀਨੀਅਰ ਅਧਿਕਾਰੀਆਂ ਦੀ, ਉਹਦੇ 'ਚ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਸੀ, ਜੋਗਿੰਦਰ ਉਗਰਾਹਾਂ ਸੀ, ਬਲਬੀਰ ਰਾਜੇਵਾਲ ਸੀ, ਗੁਰਨਾਮ ਸਿੰਘ ਚੜੂਨੀ ਸੀ, ਇਹ ਸਾਰੇ ਮੀਟਿੰਗ ਦੇ ਵਿੱਚ ਸੀ। ਔਰ ਕਿਸਾਨ ਇਹ ਦੇਖ ਰਹੇ ਨੇ ਕਿ ਇਹ ਤਾਂ ਕੇਸ ਰੱਦ ਹੋ ਗਏ, ਪਰ ਜਿਹੜੇ ਪਿਛਲੇ ਸਮਿਆਂ 'ਚ ਸਾਡੇ ਤੇ ਕੇਸ ਪਾਏ ਗਏ ਨੇ, ਜਦੋਂ ਸਾਡੀਆਂ ਰੋਕੀਆਂ ਗਈਆਂ, ਪੱਥਰ ਲਾ ਦਿੱਤੇ ਗਏ, ਸੜਕਾਂ ਪੱਟ ਦਿੱਤੀਆਂ ਗਈਆਂ, ਉਸ ਵੇਲੇ ਦੇ ਵੀ ਜਿਹੜੇ ਕਿਸਾਨਾਂ ਤੇ ਕੇਸ ਦਰਜ ਹੈ ਉਹ ਵੀ ਵਾਪਸ ਹੋਣੇ ਚਾਹੀਦੇ ਨੇ। ਉਹਨੂੰ ਲੈ ਕੇ ਵੀ ਗਗਨ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਉਹ ਕਾਫੀ ਜ਼ਿਆਦਾ ਤਿੱਖਾ ਹੋ ਰਿਹਾ। ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੇ ਲਈ। ਤੇ ਹੁਣ ਵਧਾਂਗੇ ਮਹਿਲਾ ਕਮਿਸ਼ਨ ਦੇ ਆਗੂ ਮਨੀਸ਼ਾ ਗੁਲਾਟੀ ਦੀ ਪ੍ਰੈਸ ਕਾਨਫਰੰਸ ਦੇ ਵੱਲ। ਮਨੀਸ਼ਾ ਗੁਲਾਟੀ ਦੇ ਵੱਲੋਂ ਠੀਕ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ 17 ਮਈ ਨੂੰ, ਜਿਸ ਦੇ ਵਿੱਚ ਉਹ ਆਖਦੇ ਨੇ ਕਿ ਚਰਨਜੀਤ ਚੰਨੀ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਪੰਜਾਬ ਸਰਕਾਰ ਸਾਨੂੰ ਜਵਾਬ ਦੇਵੇ। ਜੇਕਰ ਜਵਾਬ ਨਹੀਂ ਦੇਗੀ ਤਾਂ ਇੱਕ ਹਫ਼ਤੇ ਬਾਅਦ ਮਹਿਲਾ ਕਮਿਸ਼ਨ ਦੀ ਆਗੂ ਭਾਵ ਕਿ ਖੁਦ ਮਨੀਸ਼ਾ ਗੁਲਾਟੀ ਮਟਕਾ ਚੌਂਕ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਬੈਠਣਗੇ। ਪਰ ਇੱਕ ਹਫ਼ਤੇ ਬਾਅਦ ਠੀਕ ਅੱਜ ਵੀ ਬੀਤੇ ਦਿਨਾਂ ਜਿਹੜੀ ਪ੍ਰੈਸ ਕਾਨਫਰੰਸ ਵੇਖਣ ਨੂੰ ਮਿਲੀ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਮਨੀਸ਼ਾ ਗੁਲਾਟੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਮੁੱਖ ਮੰਤਰੀ ਨੇ ਮੇਰੇ ਨਾਲ ਸੰਪਰਕ ਸਾਧਿਆ ਹੈ, ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਸ ਮਾਮਲੇ 'ਚ ਰਿਪੋਰਟ ਸੌਂਪ ਦਿੱਤੀ ਜਾਏਗੀ। ਇਹ ਕੁਝ ਮਨੀਸ਼ਾ ਗੁਲਾਟੀ ਕਹਿ ਰਹੇ ਨੇ, ਇਸ ਮਾਮਲੇ 'ਚੋਂ ਸੁਣਦੇ ਆ ਗਿਆ ਰਿਪਲਾਈ ਕਿ ਮੁੱਖ ਮੰਤਰੀ ਸਾਹਿਬ ਦਾ ਮੈਨੂੰ ਅੱਜ ਫੋਨ ਆਇਆ ਸੀ, ਕਿਉਂਕਿ ਆਪਾਂ ਜਵਾਬ ਦੀ ਅੱਜ ਮੰਡੇ ਤੱਕ ਦਾ ਫਿਕਸ ਕੀਤਾ ਸੀ ਕਿ ਸੋਮਵਾਰ ਤੱਕ ਸਾਨੂੰ ਜਵਾਬ ਚਾਹੀਦਾ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਤੁਹਾਨੂੰ ਅੱਜ ਜਲਦੀ ਜਵਾਬ ਆ ਜਾਏਗਾ। ਉਮੀਦ ਹੈ ਅੱਜ ਸ਼ਾਮ ਤੱਕ ਆ ਜਾਏਗਾ। ਜਿਵੇਂ ਹੀ ਆ ਜਾਏਗਾ ਤੁਹਾਨੂੰ ਸਭ ਲੋਕਾਂ ਨੂੰ ਟੈਕਸਟ ਕਰ ਦਿੱਤਾ ਜਾਏਗਾ। ਦੇਖੋ ਮਟਕਾ ਚੌਕ ਤੇ ਜਿਹੜਾ ਇੱਕ ਕਿਹਾ ਸੀ, ਇੱਕੋ ਸਿਰਫ ਹੱਲਾ ਸ਼ੇਰੀ ਸੀ ਬੀਇੰਗ ਏ ਵੂਮਨ ਕਮਿਊਨਿਟੀ ਨੂੰ ਕਿ ਇਹ ਇੱਦਾਂ ਦੇ ਜਿਹੜੇ ਮੈਟਰ ਨੇ ਜੇ ਪ੍ਰੋਮੀਨੈਂਟ ਲੋਕ ਹੀ ਇਸ ਤਰ੍ਹਾਂ ਦੇ ਕਰਨਗੇ ਤੇ ਸਮਾਜ ਦੇ ਇਹ ਛੁਪਣੇ ਨਹੀਂ ਚਾਹੀਦੇ। ਇਹੋ ਜਿਹੇ ਮੈਟਰ ਸਟਰੋਂਗ ਕਰਨ ਵਾਸਤੇ
ਇੱਕ ਔਮਨ ਕਮਿਊਨਿਟੀ ਵਾਸਤੇ ਬੀਇੰਗ ਏ ਔਮਨ ਮੈਂ ਮੈਸੇਜ ਦਿੱਤਾ ਸੀ ਐਜ਼ ਏ ਕਮਿਸ਼ਨ ਦੀ ਚੇਅਰਪਰਸਨ। ਮੈਂ ਕਿਸੇ ਮਟਕਾ ਚੌਕ ਤੇ ਨਹੀਂ ਜਾਣਾ ਸੀ, ਸਿਰਫ ਇੱਕ ਹੱਲਾਸ਼ੇਰੀ ਸੀ, ਉਹ ਵੀ ਹੱਲਾਸ਼ੇਰੀ ਔਰਤਾਂ ਨੂੰ ਦੇਣ ਵਾਸਤੇ ਸੀ। ਉਹਦੇ 'ਚ ਵੀ ਮੈਨੂੰ ਇੰਨੇ ਕੁ ਸਾਰੇ ਮੈਸੇजेस ਮੇਰੇ ਫੋਨ ਤੇ ਆ ਗਏ ਕਿ ਇੰਨੀ ਸਾਰੀਆਂ ਲੇਡੀਜ਼ ਆਉਣ ਵਾਸਤੇ ਤਿਆਰ ਸਨ। ਔਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਉਹ ਕਰਨਾ ਮੁਨਾਸਿਬ ਨਹੀਂ ਸਮਝਿਆ। ਔਰ ਉਹ ਵੈਸੇ ਵੀ ਜਵਾਬ ਆ ਗਿਆ ਮੁੱਖ ਮੰਤਰੀ ਸਾਹਿਬ ਦਾ ਕਿ ਤੁਹਾਨੂੰ ਜਲਦੀ ਇਹਦੇ ਬਾਰੇ 'ਚ ਜਵਾਬ ਦੇ ਦਿੱਤਾ ਜਾਏਗਾ। ਆਸ਼ਵਾਸਨ ਦਿੱਤਾ ਉਹਨਾਂ ਨੇ ਮੈਨੂੰ ਤੇ ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਸਾਨੂੰ ਜਵਾਬ ਆ ਜਾਏਗਾ ਇਨ ਰਿਟਰਨ। ਜਿਸ ਤਰ੍ਹਾਂ ਹੀ ਜਵਾਬ ਆਏਗਾ ਮੀਡੀਆ ਨੂੰ ਉਹ ਫਾਰਵਰਡ ਕਰ ਦਿੱਤਾ ਜਾਏਗਾ। ਇਹ ਦੇਖੋ, ਇਹ ਸਿਰਫ ਸਰਕਾਰ ਡਿਸਾਈਡ ਕਰੇ, ਇਹ ਸਰਕਾਰ ਡਿਸਾਈਡ ਕਰੇ, ਕਮਿਸ਼ਨ ਡਿਸਾਈਡ ਨਹੀਂ ਕਰੇਗਾ ਕਿ ਉਹ ਮੇਰਾ ਚਰਨ ਸਿੰਘ ਚੰਨੀ ਜੀ ਨਾਲ ਮੇਰਾ ਕੋਈ ਪਰਸਨਲ ਕੁਝ ਵੀ ਨਹੀਂ ਹੈ, ਮੇਰਾ ਸਰਕਾਰ ਨਾਲ ਹੈ। ਕਿ ਸਰਕਾਰ ਸਾਨੂੰ ਸਪਸ਼ਟੀਕਰਨ ਦੇ ਕਿ ਉਹਨਾਂ ਦੀ ਕੈਬਨਿਟ ਦਾ ਇੱਕ ਨੁਮਾਇੰਦਾ ਉਹਦੇ ਤੇ ਇੱਕ ਕੁਐਸਚਨ ਮਾਰ ਕੇ ਸਰਕਾਰ ਸਾਨੂੰ ਸਪਸ਼ਟੀਕਰਨ ਦੇ, ਇਹ ਸਰਕਾਰ ਡਿਸਾਈਡ ਕਰੇ। ਇਸ ਕੇਸ ਦੇ ਨਾਲ ਸਰਕਾਰ ਦੀ ਰੈਪੂਟੇਸ਼ਨ ਜੁੜੀ ਹੋਈ ਹੈ, ਕਮਿਸ਼ਨ ਦੀ ਰੈਪੂਟੇਸ਼ਨ ਨਹੀਂ ਜੁੜੀ ਹੋਈ। ਇਹ ਕਮਿਸ਼ਨ ਡਿਸਾਈਡ ਨਹੀਂ ਕਰੇਗਾ, ਇਹ ਸਰਕਾਰ ਡਿਸਾਈਡ ਕਰੇਗੀ। ਤੇ ਜਦੋਂ ਸਰਕਾਰ ਕੋਲੋਂ ਜਵਾਬ ਆਏਗਾ ਆਪਾਂ ਉਦੋਂ ਦੇਖਾਂਗੇ। ਉਧਰ ਮਹਿਲਾ ਕਮਿਸ਼ਨ ਦੇ ਆਗੂ ਮਨੀਸ਼ਾ ਗੁਲਾਟੀ ਦੀ ਪ੍ਰੈਸ ਕਾਨਫਰੰਸ ਦੇ ਉੱਤੇ ਵੀ ਪ੍ਰਗਟ ਸਿੰਘ ਦਾ ਪ੍ਰਤੀਕਰਮ ਆਇਆ। ਪ੍ਰਗਟ ਸਿੰਘ ਨੇ ਇਸ ਮਾਮਲੇ ਦੇ ਵਿੱਚ ਆਪਣੇ ਵੱਖਰੇ ਪ੍ਰਤੀਕਰਮ ਰੱਖੇ ਨੇ। ਕੀ ਕੁਝ ਪ੍ਰਗਟ ਸਿੰਘ ਕਹਿ ਰਹੇ ਨੇ ਉਹ ਸੁਣਦੇ ਹਾਂ। ਦੇਖੋ, ਮੈਂ ਕਹਿੰਦਾ ਵਿਮਨ ਕਮਿਸ਼ਨ ਹੈਗਾ, ਬਟ ਐਟ ਦਾ ਸੇਮ ਟਾਈਮ ਆਪਾਂ ਇੱਕ ਵਿਮਨ ਦਾ ਹੀ ਟਰਾਇਲ ਕਰੀ ਜਾਂਦੇ ਆ। ਯਾਰ ਇਹ ਕਿੰਨੀ ਮਾੜੀ ਗੱਲ ਹੈ। ਦੇਖੋ, ਬਦਕਿਸਮਤੀ ਸਾਡੀ ਕੀ ਆ ਕਿ ਜੇ ਸਾਡੇ ਚੀਫ ਮਿਨਿਸਟਰ ਦੇ ਆਫਿਸ ਦਾ ਜਾਂ ਵਿਮਨ ਕਮਿਸ਼ਨ ਦੀ ਚੇਅਰਪਰਸਨ ਦਾ ਇਹੋ ਜਿਹਾ ਵਤੀਰਾ ਹੈਗਾ, ਕਿਉਂਕਿ ਅਲਟੀਮੇਟਲੀ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਉਹ ਵੀ ਇੱਕ ਲੇਡੀ ਆ। ਸੋ ਇਸ ਕਰਕੇ ਮੈਂ ਇਹਦੇ ਤੇ ਬਿਲਕੁਲ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ। ਨਹੀਂ, ਮੀਟਿੰਗ ਦੇ ਵਿੱਚ ਤਾਂ ਕੁਝ ਨਹੀਂ। ਬੇਸਿਕਲੀ ਯਾਰ ਆਪਾਂ ਹਰ ਗੱਲ ਨੂੰ, ਜੋ ਕਿ 3-4 ਬੰਦੇ ਤਾਂ ਅੱਗੇ ਵੀ ਹਮੇਸ਼ਾ ਇਕੱਠੇ ਹੁੰਦੇ ਰਹੇ, ਪਰ ਹੁਣ ਜਦੋਂ ਇਕੱਠੇ ਹੋ ਜਾਂਦੇ ਆ ਤੇ ਹੁਣ ਉਹ ਮੀਟਿੰਗ ਦਾ ਆਪਾਂ ਰੂਪ ਧਾਰਨ ਕਰਵਾ ਲੈਂਦੇ ਆ ਵੀ ਹਾਂ ਵੀ ਮੀਟਿੰਗ ਹੋ ਗਈ, ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ। ਚੰਨੀ ਜੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ, ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੋਨ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਜਵਾਬ ਦੇਵਾਂਗੇ। ਨਹੀਂ, ਉਹ ਤਾਂ ਚੰਨੀ ਜੀ ਕੋਲੋਂ ਤੁਸੀਂ ਪੁੱਛ ਸਕਦੇ ਆ। ਚੰਨੀ ਜੀ ਮੇਰੇ ਕੋਲ ਆਏ ਜ਼ਰੂਰ ਸੀਗੇ, ਜਸਟ ਜਨਰਲ ਜੀ। ਉਧਰ ਆਮ ਆਦਮੀ ਪਾਰਟੀ ਨੇ ਵੀ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦੇ ਦਿੱਤਾ ਹੈ। 26 ਤਰੀਕ ਨੂੰ ਮਨਾਏ ਜਾਣ ਵਾਲੇ ਕਾਲੇ ਦਿਹਾੜੇ ਨੂੰ ਖੁੱਲ੍ਹੇ ਤੌਰ ਦੇ ਉੱਤੇ ਸਮਰਥਨ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਇਸ ਸੰਬੰਧ ਦੇ ਵਿੱਚ ਹਰਿਆਣਾ ਦੇ ਆਪ ਆਗੂ ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਕਿਸਾਨਾਂ ਦੇ ਨਾਲ ਹੈ। ਲਗਾਤਾਰ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ, ਪਰ ਹਰਿਆਣਾ ਸਰਕਾਰ ਇਸ ਮਾਮਲੇ ਦੇ ਵਿੱਚ ਫੇਲ ਸਾਬਤ ਹੋਈ ਹੈ ਤੇ ਕਿਸਾਨ ਲਗਾਤਾਰ ਆਪਣੇ ਪ੍ਰਦਰਸ਼ਨ ਦੇ ਵਿੱਚ ਅੱਗੇ ਵਧ ਰਹੇ ਨੇ। किसानों को खट्टर साहब ने कभी आतंकवादी कहा, कभी देशद्रोही कहा। इन तीनों काले कानूनों की खट्टर साहब तारीफ करते हैं। किसानों के ऊपर लाठीचार्ज कराते हैं, डंडा बरसाते हैं, वाटर कैनन का इस्तेमाल करते हैं, आंसू गैस के गोले छोड़ते हैं, सड़कें खुदवा दी। किसान शांतिपूर्ण तरीके से बैठे हुए हैं, बॉर्डर बंद है, ज़बरदस्ती पुलिस करके बैठी हुई है। हिसार के अंदर कोविड प्रोटोकॉल का उल्लंघन करके हरियाणा के मुख्यमंत्री अब एक उद्घाटन करने गए प्राइवेट हॉस्पिटल का। किसानों ने विरोध किया तो बर्बरतापूर्ण तरीके से उनके ऊपर लाठीचार्ज किया। अनेकों किसानों को हॉस्पिटल में भर्ती होना पड़ा। फिर सरकार ने समझौता कर लिया कि ठीक है साहब, इस बात को ख़त्म करते हैं। उसके बाद उस समझौते से मुकर के किसानों के ऊपर संगीन धाराओं में मुकदमे दर्ज किए। इस बात का विरोध करने के लिए किसान हिसार के अंदर इकट्ठा हो रहे हैं और 6 महीने पूरा धरने का होने पे एक काला दिवस के रूप में उसको सेलिब्रेट कर रहे हैं। आम आदमी पार्टी किसानों के साथ है। हम भी सांकेतिक तौर पे घरों के ऊपर काले झंडे हरियाणा में लगाएंगे। सरकार का विरोध और किसानों का समर्थन वहाँ से हम रखेंगे। हमारे किसान विंग के सभी साथी किसानों के साथ मिलकर बिना झंडा और बिना टोपी हिसार पहुँच रहे हैं। किसान आंदोलन में शुरू से बैठे हुए हैं और आम आदमी पार्टी पहले दिन से किसानों के साथ थी, है और रहेगी। कोविड का प्रोटोकॉल किस तरीके से रहेगा? सोशल डिस्टेंसिंग को पालन करेंगे, मास्क लगा के रखेंगे, परंतु जो तानाशाही रवैया
हरियाणा सरकार बरत रही है उसका विरोध करें। ਉਧਰ ਕਿਸਾਨਾਂ ਵੱਲੋਂ ਕੇਂਦਰ ਨੂੰ ਲਿਖੀ ਗਈ ਚਿੱਠੀ ਦੇ ਉੱਤੇ ਹੁਣ ਸਿਆਸਤ ਹੋਣ ਲੱਗੀ ਹੈ। ਇਸ ਮਾਮਲੇ ਦੇ ਵਿੱਚ ਭਾਜਪਾ ਦੀ ਸਾਬਕਾ ਭਾਈਵਾਲ ਰਹਿ ਚੁੱਕੀ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਲਗਾਤਾਰ ਚਿੱਠੀ ਦੇ ਉੱਤੇ ਜਿਸ ਤਰ੍ਹਾਂ ਦੇ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਨੇ, ਇਹਨਾਂ ਬਿਆਨਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਹੁਣ ਭਾਜਪਾ ਕਿਸਾਨਾਂ ਦਾ ਮਸਲਾ ਸੁਲਝਾਉਣ ਦੇ ਹੱਕ ਦੇ ਵਿੱਚ ਹੀ ਨਹੀਂ ਹੈ। ਕੀ ਕੁਝ ਕਹਿ ਰਹੇ ਨੇ ਚਰਨਜੀਤ ਬਰਾੜ ਅਕਾਲੀ ਦਲ ਦੇ ਆਗੂ, ਸੁਣਦੇ ਹਾਂ। ਦੇਖੋ, ਇੱਕ ਗੱਲ ਹੈ ਕਿ ਹਰਜੀਤ ਸਿੰਘ ਗਰੇਵਾਲ ਜਿਹੜੇ ਹੈਗੇ ਆ, ਇਹ ਹਰ ਵਾਰੀ ਕਿਸਾਨਾਂ ਦੇ ਉੱਤੇ ਕਿਸੇ ਨਾ ਕਿਸੇ ਗਲਤ ਤਰੀਕੇ ਦੇ ਨਾਲ ਤੰਜ ਕੱਸਦੇ ਆ, ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਆ ਉਹ ਵੀ ਮੋਦੀ ਸਾਹਿਬ ਦੀ ਪੈੜ 'ਚ ਪੈੜ ਰੱਖਦੇ ਆ। ਇਸ ਕਰਕੇ ਕਿਸ ਕਿਸਮ ਦਾ ਸਬਰ ਜਿਹੜਾ ਉਹ ਕਿਸਾਨਾਂ ਦਾ ਜਾਂ ਸਾਡੇ ਕਿਸਾਨਾਂ ਦੇ ਸੰਘਰਸ਼ ਦਾ ਉਹ ਪਰਖਿਆ ਜਾ ਰਿਹਾ ਹੈ। ਅਗਰ ਕਿਸਾਨਾਂ ਨੂੰ ਚਿੱਠੀ ਲਿਖਣ ਦੇ ਬਾਵਜੂਦ ਵੀ ਤੁਸੀਂ ਬੁਲਾ ਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ, ਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਤਿੱਖਾ ਕਰਨ ਦੇ ਲਈ ਜੋ ਜਥੇਬੰਦੀਆਂ ਨੇ ਸੰਘਰਸ਼ ਉਲੀਕਿਆ, ਜਿਹਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੂਰਾ ਸਮਰਥਨ ਦੇ ਕੇ ਵੱਡੇ ਪੱਧਰ ਤੇ ਜਿਹੜਾ ਸੀਗਾ ਉਹਨੂੰ ਚੁੱਕਣ ਦਾ ਮਨ ਬਣਾਇਆ ਕਿ ਹਰ ਘਰ ਤੇ ਕਾਲਾ ਝੰਡਾ ਲਾ ਕੇ ਮੋਦੀ ਸਰਕਾਰ ਦੇ ਖਿਲਾਫ ਇੱਕ ਰੋਸ ਜਿਹੜਾ ਹੈਗਾ ਉਹ ਦਿਖਾਇਆ ਜਾਵੇ। ਤੇ ਮੇਰਾ ਖਿਆਲ ਹੈ ਕਿ ਗਰੇਵਾਲ ਸਾਹਿਬ ਇਹੋ ਜਿਹੀਆਂ ਗੱਲਾਂ ਪਾ ਕੇ ਕਿ ਹਿੰਦੂਆਂ ਦੇ ਤੇ ਸਿੱਖਾਂ ਦੇ ਇਹੋ ਜਿਹੇ ਭੁਲੇਖੇ ਪਾ ਕੇ ਆਪਸ 'ਚ ਲੜਨ ਲੜਾਉਣ ਵਾਲੀਆਂ ਗੱਲਾਂ ਨਾ ਕਰੋ। ਇਹ ਗੱਲਾਂ ਮੋਦੀ ਸਾਹਿਬ ਨੂੰ ਸਿਖਾਓ ਜਾ ਕੇ ਕਿ ਤੁਰੰਤ ਕਾਲੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰੋ ਤੇ ਜਿਹੜੇ ਸਾਰੇ ਲੋਕ ਆ ਉਹ ਵਾਪਸ ਆਉਣ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਆਪਦੀ ਲਿਹਾਜ਼ ਜਿੰਨੀ ਕਿ ਮੋਦੀ ਸਾਹਿਬ ਨਾਲ ਥੋੜੀ ਹੈਗੀ ਹੈ ਉਹਦੇ ਪ੍ਰਤੀ ਸੰਜੀਦਾ ਹੋ ਕੇ ਇਹ ਜਿਹੜੇ ਕਾਲੇ ਬਿੱਲ ਹੈ ਇਹ ਵਾਪਸ ਕਰਾਓ, ਨਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਵਾਲੀਆਂ ਗੱਲਾਂ ਕਰੋ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਅਪੀਲ ਕੀਤੀ ਹੈ। ਬਲਵੀਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪਟਿਆਲਾ ਸ਼ਹਿਰ 'ਚ ਜਿਸ ਤਰ੍ਹਾਂ ਪ੍ਰਦਰਸ਼ਨ ਕਰਨ ਦੇ ਲਈ ਐਲਾਨ ਕੀਤਾ ਗਿਆ, ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਨਾ ਕੀਤਾ ਜਾਵੇ ਕਿਉਂਕਿ ਕੋਰੋਨਾ ਦੀ ਲਹਿਰ ਬਹੁਤ ਵੱਡੇ ਪੱਧਰ ਤੋਂ ਪੰਜਾਬ ਦੇ ਵਿੱਚੋਂ ਮੁੜ ਕੇ ਵਾਪਸ ਜਾ ਰਹੀ ਹੈ। ਜੇਕਰ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਹੁੰਦੇ ਨੇ ਤਾਂ ਕੋਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਇਸ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ ਪੰਜਾਬ ਦੇ ਸਿਹਤ ਮੰਤਰੀ, ਉਹ ਸੁਣਦੇ। सरकार बड़ी चिंतित है किसानों के लिए। हम भी किसान हैं, मैं भी खुद किसान हूँ, खुद आज भी खेती करता हूँ। मैं ये कहना चाहता हूँ उनका जायज़ है जो वो बोल रहे हैं, लेकिन आज जो लाइफ रहेगी तभी सब लोग हम वो आगे ज़िंदगी चलाएंगे। अगर लाइफ ना रही तो हमारे कोई देखो अब जो यंग जनरेशन है उसमें भी काफ़ी सारी मौतें होनी शुरू हो गई हैं, जो कि बड़ा एक चिंता का विषय है। तो इसलिए हमारे सीएम साहब ने तो उनको रिक्वेस्ट की है, जो मानते हैं तो अच्छी बात है, नहीं मानते वो तो उनकी मर्जी है, पर लेकिन जो स्टेट का हेड है उसकी तो जिम्मेवारी बनती है सबको अपील करने की, रिक्वेस्ट करने की। उन्होंने अपील की है उनको, तो उन्होंने तो अपनी जो चिंता थी वो व्यक्त की है, भैया इस वेले स्प्रेड बहुत बुरी तरह हो रहा है और खासकर गाँव में हो रहा है और डेथ रेट भी गाँव का ज़्यादा है, सिटी का बिल्कुल हमने संभाल लिया है। भी आप थोड़ा उन लोगों की जिनके बारे में सोचें, पर सबसे बड़ा इसमें कसूरवार तो मोदी जी हैं। जो मोदी जी सेंटर के आज कानून रद्द कर दें, उनको जब पोस्टपोन कर दें, भी 3 साल हम नहीं लागू करेंगे, 4 साल नहीं लागू करेंगे, बाद में डिस्कशन के बाद करेंगे, तो बेचारे वो घर पे आ जाए, उन्हें जरूरत ही नहीं धरना लगाने की। आप किसानों से क्या अपील करेंगे सर? मैं किसानों को ये अपील करूँगा, ठीक है वो भी एक लंबी लड़ाई लड़ रहे हैं, मैं उनके साथ हूँ, मैं किसान हूँ, उनका दर्द भी समझता हूँ मैं। और दूसरा, उनके डेथ वारंट तो पहले ही मोदी साहब ने निकाल दिए, आज से लास्ट ईयर निकाले हुए हैं, वो तो उससे वहाँ भी मर रहे हैं तो जहाँ भी मर रहे थे। लेकिन बात ये है कि मैं उनको ये अपील करना चाहता हूँ कि हम खुद को भी सेफ रखें, समाज को भी सेफ रखें और फ्यूचर को भी सेफ रखें। इसके लिए जो हमारा ये ठीक है, उनको प्रोटेस्ट चल रहा है, ज़्यादा गैदरिंग ना करें, जो करें तो बड़े सोशल डिस्टेंस से करें। ਤੇ ਹੁਣ ਉਧਰ ਵਧਾਂਗੇ ਬੀਬੀ ਜਗੀਰ ਕੌਰ ਦੇ ਵੱਲ। ਬੀਬੀ ਜਗੀਰ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਦੋਂ ਉਹ ਇੱਕ ਕੋਵਿਡ ਕੇਅਰ ਸੈਂਟਰ ਦਾ ਸਥਾਪਨਾ ਸਮਾਗਮ ਦੇ ਵਿੱਚ ਪਹੁੰਚੇ ਸੀ। ਇਸ ਮੌਕੇ ਦੇ ਉੱਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਕੋਲੋਂ ਪਰਮਿਸ਼ਨ ਮੰਗੀ ਸੀ ਕਿ ਉਹਨਾਂ ਨੂੰ ਬਾਹਰਲੇ ਮੁਲਕ ਤੋਂ ਵੈਕਸੀਨ ਮੰਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਫ੍ਰੀ ਦੇ ਵਿੱਚ ਵੈਕਸੀਨੇਸ਼ਨ ਆਮ ਲੋਕਾਂ ਦੀ ਕਰ ਸਕਣ ਅਤੇ ਸਰਕਾਰ ਦੇ ਨਾਲ ਸਹਾਇਤਾ ਹੋ ਸਕੇ। ਪਰ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਹ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ, ਜਿਸ ਦੇ ਵਜੋਂ ਉਹਨਾਂ ਨੇ ਆਪਣੇ ਰੋਸ ਦਾ ਵੀ ਪ੍ਰਗਟਾਵਾ ਕੀਤਾ। ਕਿ ਕੁਝ ਕਹਿ ਰਹੇ ਨੇ ਬੀਬੀ ਜਗੀਰ ਕੌਰ, ਸੁਣਦੇ ਹਾਂ। ਸੋ ਮੈਂ ਕਹਿ ਸਕਦੀ ਹਾਂ ਕਿ ਅੱਜ ਪੰਜਾਬ ਦੇ ਹਾਲਾਤ ਹੈਲਥ ਪੱਖ ਤੋਂ ਇੰਨੇ ਕਮਜ਼ੋਰ ਹੋਏ ਪਏ ਹੈ ਕਿ ਸਰਕਾਰ ਜਿਹੜੀ ਹੈ ਬਿਲਕੁਲ ਹੀ ਚੁੱਪ ਧਾਰ ਲਈ ਹੈ ਕਿ ਸਰਕਾਰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਰ ਰਹੀ ਕਿ ਲੋਕਾਂ ਦੇ ਹਾਲਾਤਾਂ ਨੂੰ ਕਿਵੇਂ ਸਾਂਭਣਾ। ਇਹ ਸਾਰੀ ਗੱਲ ਦੀ ਚਿੰਤਾ ਜਿਹੜੀ ਹੈ ਭਾਵੇਂ ਸਾਰਿਆਂ ਨੂੰ ਹੀ ਹੈ, ਹਰ ਘਰ ਦੁਖੀ ਹੈ, ਅੱਜ ਹਰ ਪਰਿਵਾਰ ਦੁਖੀ ਹੈ, ਹਰ ਸੰਸਥਾ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਕੋਈ ਸੇਵਾ ਸੰਸਥਾ ਹੋਵੇ
ਉਹ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਇਹਦੇ ਵਿੱਚ ਇਸ ਪੀੜਾ ਦੀ ਘੜੀ ਦੇ ਵਿੱਚ ਲੋਕਾਂ ਦੇ ਕੰਮ ਆ ਸਕੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਿਸੂਸ ਜਦੋਂ ਕੀਤਾ ਕਿ ਹੁਣ ਅਸੀਂ ਹਾਲਾਤ ਕਿਵੇਂ ਸਾਂਭੀਏ, ਇੱਕਦਮ ਆਈਸੀਯੂ ਤਿਆਰ ਕਰਨੇ ਬੜੇ ਔਖੇ ਸੀ ਕਿਉਂਕਿ ਆਕਸੀਜਨ ਚਾਹੀਦੀ ਹੈ, ਇੱਕਦਮ ਜੋ ਵੈਂਟੀਲੇਟਰ ਲਾਉਣੇ ਬੜੇ ਔਖੇ ਸੀ ਕਿਉਂਕਿ ਆਕਸੀਜਨ ਦੀ ਲੋੜ ਸੀ। ਆਕਸੀਜਨ ਸਰਕਾਰ ਵੱਲੋਂ ਨਾ ਪੂਰੀ ਹੋਣ ਕਰਕੇ ਜਦੋਂ ਅਸੀਂ ਇਹ ਸੋਚਿਆ ਵੀ ਹੁਣ ਇਹਦਾ ਹੱਲ ਕੀ ਹੈ, ਕਨਸੈਂਟਰੇਟਰ ਦੀ ਇੱਕ ਸਕੀਮ ਅਸੀਂ ਲੱਭੀ ਕਿ ਇਹਦੇ ਨਾਲ ਅਸੀਂ ਹਵਾ ਦੇ ਵਿੱਚੋਂ ਆਕਸੀਜਨ ਤਿਆਰ ਕਰਕੇ ਇਹ ਉਸ ਲੈਵਲ ਤੇ ਇੱਕ ਲੈਵਲ 1 ਤੇ ਲੈਵਲ 2 ਜਿੱਥੇ ਤੱਕ 85 ਤੋਂ ਉੱਪਰ ਜਿਹੜੀ ਆਕਸੀਜਨ ਹੈ ਉਹਨੂੰ ਅਸੀਂ ਪੂਰਾ ਕਰ ਸਕਦੇ ਹਾਂ। ਇਹ ਕਹਿੰਦੇ ਉਹਨਾਂ ਨੇ ਮੰਗ ਨਹੀਂ ਕੀਤੀ, ਸਾਡੇ ਕੋਲੋਂ ਇਜਾਜ਼ਤ ਨਹੀਂ ਮੰਗੀ। ਸਾਡੀ ਲੋੜ ਹੈ, ਇਹ ਕੰਪਨੀ ਦੀ ਲੋੜ ਨਹੀਂ ਹੈ। ਕੰਪਨੀ ਕਿਉਂ ਮੰਗੇਗੀ, ਉਹਦਾ ਤੇ ਆਪਣਾ ਕੰਮ ਉੱਥੇ ਚੱਲਦਾ। ਉਹ ਇਹਨਾਂ ਨੂੰ ਸਾਨੂੰ ਲੋੜ ਹੈ ਭਾਰਤ ਸਰਕਾਰ ਨੂੰ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਰਾਖੀ ਕਰ ਸਕੀਏ। ਜੇ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਨੂੰ ਅਲਾਓ ਕਰੋ, ਸਾਨੂੰ ਅਲਾਓ ਕਰ ਦੇਣ ਕਿ ਤੁਸੀਂ ਮੰਗਾ ਸਕਦੇ ਹੋ, ਤਾਂ ਫਿਰ ਕਮ ਸੇ ਕਮ ਅਸੀਂ ਇਹਨਾਂ ਕੋਲ ਨਾ ਕੋਈ ਪੈਸਾ ਲਵਾਂਗੇ, ਨਾ ਲੋਕਾਂ ਕੋਲ ਪੈਸਾ ਲਵਾਂਗੇ, ਫ੍ਰੀ ਸੇਵਾ ਕਰਾਂਗੇ। ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲਾਓ ਕਰ ਦੇਣ, ਉੱਥੇ ਸਾਡੀਆਂ ਸੰਗਤਾਂ ਜਿਹੜੀਆਂ ਜਥੇਬੰਦੀਆਂ ਉਹ ਬਹੁਤ ਸਾਰੇ ਇੰਜੈਕਸ਼ਨ ਭੇਜਣ ਨੂੰ, ਫਾਈਜ਼ਰ ਇੰਜੈਕਸ਼ਨ ਭੇਜਣ ਨੂੰ ਤਿਆਰ ਹੈ। ਜੇਕਰ ਤੁਸੀਂ ਕਰੋਨਾ ਵੈਕਸੀਨ ਲਵਾ ਚੁੱਕੇ ਹੋ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਵੈਕਸੀਨ ਲਵਾਉਣੀ ਪਏਗੀ। ਜੀ ਹਾਂ, ਜਿਨ੍ਹਾਂ ਨੇ ਕਰੋਨਾ ਦੀ ਵੈਕਸੀਨੇਸ਼ਨ ਕਰਵਾ ਲਈ ਹੈ ਉਹਨਾਂ ਦੇ ਲਈ ਇਹ ਖਬਰ ਖਾਸ ਹੈ ਕਿਉਂਕਿ ਇੱਕ ਨਵੀਂ ਦਵਾਈ ਦਾ ਇੱਕ ਵਾਰ ਫਿਰ ਤੋਂ ਨਿਰੀਖਣ ਸ਼ੁਰੂ ਹੋ ਚੁੱਕਿਆ ਹੈ। ਇਸ ਨੂੰ ਬੂਸਟਰ ਡੋਜ਼ ਕਿਹਾ ਜਾ ਰਿਹਾ ਹੈ। ਇਸ ਬੂਸਟਰ ਡੋਜ਼ ਦਾ ਨਿਰੀਖਣ ਸ਼ੁਰੂ ਹੋ ਚੁੱਕਿਆ, ਪ੍ਰੀਖਿਆ ਕੀਤੀ ਜਾ ਰਹੀ ਹੈ ਇਸ ਦੀ। ਇਸ ਤੋਂ ਬਾਅਦ ਇਹ ਆਮ ਲੋਕਾਂ ਦੀ ਵਰਤੋਂ ਦੇ ਲਈ ਬਾਹਰ ਲਿਆਂਦੀ ਜਾਏਗੀ। ਦੱਸਦੀ ਕਿ ਇਸ ਦੀ ਹਰ ਪਾਸਿਓਂ ਜਾਂਚ ਹੋ ਰਹੀ ਹੈ ਕਿ ਕਿਸ ਤਰ੍ਹਾਂ ਇਹ ਆਮ ਲੋਕਾਂ ਦੇ ਲਈ ਸਹੀ ਰਹੇਗੀ। ਇਸ ਦਾ ਟ੍ਰਾਇਲ ਸ਼ੁਰੂ ਹੋਇਆ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ। ਇਸ ਬੂਸਟਰ ਡੋਜ਼ ਨੂੰ ਹੁਣ ਕਰੋਨਾ ਵੈਕਸੀਨ ਤੋਂ ਬਾਅਦ ਦਿੱਤਾ ਜਾਏਗਾ। ਕੀ ਕੁਝ ਇਸ ਬੂਸਟਰ ਡੋਜ਼ ਦੇ ਵਿੱਚ ਖਾਸ ਹੋਏਗਾ ਤੇ ਖਾਸ ਤੌਰ ਦੇ ਉੱਤੇ ਬਲੈਕ ਫੰਗਸ ਨੂੰ ਲੈ ਕੇ ਲਗਾਤਾਰ ਜੋ ਚਰਚਾਵਾਂ ਨੇ, ਇਸ ਦੇ ਉੱਤੇ ਏਮਜ਼ ਹਸਪੀਟਲ ਦੇ ਡਾਕਟਰ ਸਾਹਿਬਾਨ ਦਾ ਕੀ ਕੁਝ ਕਹਿਣਾ ਉਹ ਸੁਣਦੇ ਹਾਂ। ਬੂਸਟਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਜਦੋਂ ਤੁਹਾਡੇ ਜਿਹੜੀ ਇਮਿਊਨਿਟੀ ਹੈ ਕਿਸੇ ਵੈਕਸੀਨ ਦੇ ਕਰਕੇ ਘਟ ਗਈ ਹੈ ਤਾਂ ਉਹਨੂੰ ਬੂਸਟ ਕਰਨ ਵਾਸਤੇ ਤੁਸੀਂ ਇੱਕ ਡੋਜ਼ ਹੋਰ ਦਿੰਦੇ ਹੋ 6 ਮਹੀਨੇ ਬਾਅਦ, ਉਹਨੂੰ ਬੂਸਟਰ ਡੋਜ਼ ਕਹਿੰਦੇ ਆ। ਪਹਿਲਾਂ ਜਿਹੜੀ ਦਿੱਤੀ ਹੈ ਉਹ ਪ੍ਰਾਇਮਰੀ ਡੋਜ਼ ਹੈ ਤੇ ਜਿਹੜੀ ਬਾਅਦ ਵਿੱਚ ਦਿੱਤੀ ਹੈ ਉਹ ਬੂਸਟਰ ਡੋਜ਼ ਹੈ। ਟਰਾਇਲ ਅੱਜ ਸ਼ੁਰੂ ਕੀਤਾ ਹੈ, ਕੋਵੈਕਸਿਨ ਬੂਸਟਰ ਟਰਾਇਲ ਸ਼ੁਰੂ ਹੋਇਆ। ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਉਹ ਪੇਸ਼ੈਂਟਸ ਨੂੰ ਲਿਆ, 190 ਪੇਸ਼ੈਂਟਸ ਲਏ ਉਹਨਾਂ ਨੇ ਜਿਨ੍ਹਾਂ ਨੂੰ ਸੈਕਿੰਡ ਡੋਜ਼ ਜੋ ਹੈ ਫੇਜ਼ 2 ਟਰਾਇਲ ਦੇ ਵਿੱਚ ਲੱਗ ਗਿਆ। ਫੇਜ਼ 2 ਟਰਾਇਲ ਜਿਨ੍ਹਾਂ ਨੂੰ ਸੈਕਿੰਡ ਡੋਜ਼ ਲੱਗਿਆ 6 ਮਹੀਨੇ ਬਾਅਦ ਅੱਜ ਉਹਨਾਂ ਨੂੰ ਬੂਸਟਰ ਡੋਜ਼ ਦੇ ਕੇ ਫਿਰ 6 ਮਹੀਨੇ ਬਾਅਦ ਉਹਨੂੰ ਫੋਲੋਅਪ ਕਰਨਗੇ। ਉਸ ਤੋਂ ਬਾਅਦ ਦੇਖਣਗੇ ਕਿ ਉਹਦੀ ਇਮਿਊਨੋਜੈਨਿਸਿਟੀ ਕਿਵੇਂ ਹੈ, ਉਹਦੀ ਰਿਐਕਟੋਜੈਨਿਸਿਟੀ ਕਿਵੇਂ ਹੈ ਔਰ ਟੋਲਰੇਬਿਲਿਟੀ ਕਿਵੇਂ ਹੈ ਔਰ ਉਹਦੀ ਐਫੀਕੇਸੀ ਜਾਂ ਸੇਫਟੀ ਕਿਵੇਂ ਹੈ। ਸੋ ਇਹਨਾਂ ਚਾਰੇ ਪੈਮਾਨਿਆਂ ਤੇ ਦੇਖਣਗੇ ਕਿ ਕਿੰਨੀ ਕੁ ਸੇਫ ਵੈਕਸੀਨ ਹੈਗੀ ਹੈ ਔਰ ਉਸ ਤੋਂ ਬਾਅਦ ਬੂਸਟਰ ਡੋਜ਼ ਉਹਦਾ ਕਿੰਨਾ ਜਿਹੜਾ ਹੈਗਾ ਉਹ ਇਮਿਊਨੋਜੈਨਿਸਿਟੀ ਵਧਾ ਸਕਦਾ ਹੈ, ਕਿੰਨਾ ਕੁ ਲੈਵਲ ਐਂਟੀਬੋਡੀਜ਼ ਦਾ ਵੱਧ ਸਕਦਾ ਹੈ। ਅੰਮ੍ਰਿਤਸਰ ਦਾ ਇੱਕ ਇਲਾਕਾ ਹੈ ਜਿਸ ਨੂੰ ਤਾਰਾਂ ਵਾਲਾ ਪੁਲ ਕਿਹਾ ਜਾਂਦਾ ਹੈ। ਉਸ ਦੇ ਆਲੇ ਦੁਆਲੇ ਤਕਰੀਬਨ 150 ਦੇ ਕਰੀਬ ਦਰਖਤਾਂ ਦੇ ਉੱਤੇ ਲਾਲ ਰੰਗ ਦੇ ਨਿਸ਼ਾਨ ਲਗਾ ਕੇ ਇਹਨਾਂ ਦਰਖਤਾਂ ਦੇ ਉੱਤੇ ਨੰਬਰ ਲਾਏ ਗਏ ਨੇ, ਜਿਸ ਤੋਂ ਬਾਅਦ ਇਹ ਚਰਚਾਵਾਂ ਉੱਡੀਆਂ ਕਿ ਇਹਨਾਂ ਦਰਖਤਾਂ ਨੂੰ ਹੁਣ ਕੱਟਿਆ ਜਾਏਗਾ। ਇਹ ਦਰਖਤ ਤਕਰੀਬਨ 100 ਸਾਲ ਪੁਰਾਣੇ ਦਰਖਤ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹੁਣ ਸਰਕਾਰੀ ਤੌਰ ਦੇ ਉੱਤੇ ਕੱਟਣ ਦੀ ਗੱਲ ਉੱਠੀ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਸਬੰਧ ਦੇ ਵਿੱਚ ਸਿਊ ਮੋਟੋ ਲਿਆਏ। ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਸ ਸਬੰਧ ਦੇ ਵਿੱਚ ਵਿਭਾਗ ਦੇ ਨਾਲ ਗੱਲਬਾਤ ਕੀਤੀ ਜਾਏਗੀ ਤੇ ਵਿਭਾਗ ਤੋਂ ਪੁੱਛਿਆ ਜਾਏਗਾ ਕਿ ਜੇਕਰ ਇੰਨੇ ਪੁਰਾਣੇ ਦਰਖਤ ਕੱਟੇ ਜਾ ਰਹੇ ਨੇ ਤਾਂ ਇਸ ਦੇ ਪਿੱਛੇ ਵਜ੍ਹਾ ਕੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੱਟੇ ਜਾਣ ਦੇ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਜਾਂ ਕਿਸੇ ਹੋਰ ਕੰਮ ਦੇ ਲਈ। ਸੋ ਇਸ ਗੱਲ ਦੇ ਲਈ ਹੁਣ ਵਣ ਵਿਭਾਗ ਦੇ ਕੋਲ ਉਹਨਾਂ ਨੇ ਇੱਕ ਚਿੱਠੀ ਦੇ ਜ਼ਰੀਏ ਇਸ ਗੱਲ ਦਾ ਜਵਾਬ ਮੰਗਿਆ ਹੈ ਕਿ ਇਹ ਨਿਸ਼ਾਨਦੇਹੀ ਕਿਸ ਪੱਧਰ ਦੇ ਉੱਤੇ ਕੀਤੀ ਗਈ ਹੈ ਤੇ ਕਿਸ ਆਧਾਰ ਦੇ ਉੱਤੇ ਨਿਸ਼ਾਨਦੇਹੀ ਹੋਈ ਹੈ। ਸੋ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਇਹਨਾਂ ਦਰਖਤਾਂ ਨੂੰ ਕੱਟਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਇਹ ਪ੍ਰਦਰਸ਼ਨ ਇੱਥੇ ਕੀਤਾ ਜਾਏਗਾ। ਕੀ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਉਹ ਸੁਣਦੇ ਹਾਂ। ਬਿਲਕੁਲ ਜੀ, ਸਾਨੂੰ ਪਤਾ ਲੱਗਾ ਸੀਗਾ ਕਿ ਤਾਰਾਂ ਵਾਲਾ ਪੁਲ ਦੇ ਨਹਿਰ ਦੇ ਆਲੇ ਦੁਆਲੇ ਜਿੰਨੇ ਵੀ ਪੁਰਾਣੇ ਰੁੱਖ ਨੇ ਉਹਨਾਂ ਨੂੰ ਵੱਢਣ ਦੀ ਕੋਸ਼ਿਸ਼ ਹੋ ਰਹੀ ਆ, ਕਿਉਂਕਿ ਅਜਿਹਾ ਸੇਮ ਵਰਤਾਰਾ ਨਹਿਰ ਦੇ ਪਰਲੇ ਪਾਸੇ ਤਕਰੀਬਨ 40-45 ਰੁੱਖ ਵੱਢ ਕੇ ਕੀਤਾ ਗਿਆ। ਸੋ ਉਸ ਤੋਂ ਬਾਅਦ ਅਸੀਂ ਜਿੰਨੇ ਕਿ ਸਾਡੇ ਸੋਰਸ ਹਨ ਆਲੇ ਦੁਆਲੇ ਲੋਕਾਂ ਦੇ ਕੋਲੋਂ ਜਾਂ ਇੱਥੇ ਲੋਕ ਵੱਸਦੇ ਨੇ ਪਤਾ ਕੀਤਾ ਤੇ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਬਿਲਕੁਲ ਇੱਥੇ ਨਿਸ਼ਾਨੀਆਂ ਲਾ ਦਿੱਤੀਆਂ ਗਈਆਂ ਨੇ ਰੁੱਖਾਂ ਦੇ ਉੱਤੇ, ਨੰਬਰ ਵਾਈਜ਼ 80 ਦੇ ਕਰੀਬ ਰੁੱਖਾਂ ਦੇ ਉੱਤੇ ਜਿਹੜੇ ਪੁਰਾਣੇ ਖਾਸ ਕਰਕੇ ਰੁੱਖ ਨੇ, ਪਿੱਪਲਾਂ ਦੇ ਰੁੱਖ ਨੇ, ਬੋੜ ਨੇ ਜਾਂ ਹੋਰ ਪੁਰਾਣੇ ਰੁੱਖ ਨੇ। ਸੋ ਉਹਨਾਂ ਨੂੰ ਵੱਢ ਕਰਕੇ ਇੱਥੇ ਕੋਈ ਸੈਰਗਾਹ ਬਣਾਉਣ ਦੀ ਗੱਲ ਚੱਲ ਰਹੀ ਆ। ਸੋ ਅਸੀਂ ਤਾਂ ਪਹਿਲਾਂ ਇਹ ਚਾਹਾਂਗੇ ਕਿ ਸੰਬੰਧਿਤ ਪ੍ਰਸ਼ਾਸਨ ਇਹਨੂੰ ਕਲੀਅਰ ਕਰੇ ਕਿ ਅਜਿਹਾ ਕੁਝ ਹੋ ਰਿਹਾ ਕਿ ਨਹੀਂ। ਜੇਕਰ ਅਜਿਹਾ ਕੁਝ ਹੋ ਰਿਹਾ ਵਾ ਤੇ ਬੜਾ ਮੰਦਭਾਗਾ ਵਾ ਤੇ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਜਥੇਬੰਦੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ। ਗੁਰੂ ਸਾਹਿਬ ਦੀ ਕਿਰਪਾ ਨਾਲ ਲਗਭਗ ਜਦੋਂ ਦੀ ਇਹ ਫੇਸਬੁੱਕ ਤੇ ਅਸੀਂ ਪੋਸਟ ਪਾਈ ਆ ਬਹੁਤ ਲੋਕਾਂ ਨੇ ਸੰਪਰਕ ਕੀਤਾ ਵਾ, ਬੇਸ਼ੱਕ ਉਹ ਸਮਾਜ ਸੇਵੀ ਸੰਸਥਾਵਾਂ ਹੋਣ, ਜਥੇਬੰਦੀਆਂ ਹੋਣ, ਆਮ ਲੋਕ ਹੋਣ, ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਇਹ ਬੜੀ ਮਾੜੀ ਤੇ ਮੰਦਭਾਗੀ ਸੀ ਤੁਹਾਡੇ ਨਾਲ ਆ।
ਸੋ ਅਸੀਂ ਚਾਹਾਂਗੇ ਕਿ ਸੰਬੰਧਿਤ ਅਧਿਕਾਰੀ ਸੰਬੰਧਿਤ ਜਿਹੜਾ ਇਹਦੇ ਜੋ ਡਿਪਾਰਟਮੈਂਟ ਆ ਉਹ ਇਹਨੂੰ ਸਪਸ਼ਟ ਕਰੇ ਕਿ ਅਜਿਹਾ ਕੁਝ ਵਾਪਰਨ ਦੀ ਜਿਹੜੀ ਗੱਲ ਆ ਉਹ ਨਹੀਂ ਹੈਗੀ, ਪਰ ਜੇ ਕੁਝ ਅਜਿਹਾ ਹੋਣ ਦੀ ਕੋਸ਼ਿਸ਼ ਵੀ ਕਿਸੇ ਵੱਲੋਂ ਕੀਤੀ ਗਈ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।